ਦੋਸਤੋ ਅੱਜ ਪੰਜਾਬ ਪੁਲਿਸ ਦਾ ਮੈਂ ਬਹੁਤ ਘਿਨਾਉਣਾ ਜਿਹੜਾ ਤੁਹਾਨੂੰ ਰੂਪ ਦਿਖਾਉਣ ਜਾ ਰਿਹਾ। ਤੁਸੀਂ ਇਸ ਪਰਿਵਾਰ ਦੇ ਵਿੱਚ ਅੱਗੇ ਵੀ ਇਹਨਾਂ ਦੀ ਕਵਰੇਜ 2-3 ਦਿਨ ਤੋਂ ਕਰਦੇ, ਕੰਨਾਂ ਦੇ ਉੱਤੇ ਕੋਈ ਜੂੰ ਸਰਕੀ ਹੈ। ਦੋ ਜਿਸ ਘਰ ਦੇ ਜਵਾਨ ਬੱਚੇ ਚਲੇ ਗਏ ਹੋਣ, ਮੈਂ ਇਹ ਪੁਸ਼ਟੀ ਨਹੀਂ ਕਰਦਾ, ਪ੍ਰਮਾਤਮਾ ਕਰੇ ਉਹ ਜੀਂਦੇ ਹੀ ਨਿਕਲ ਆਉਣ, ਪਰ ਜੋ ਅੱਖੀ ਵੇਖਿਆ ਕੋ ਆਸ ਘੱਟ ਹੈ ਕਿ ਉਹ ਵਾਪਸ ਆ ਸਕਦੇ ਨੇ। ਉਹ ਜੋ ਇਹਨਾਂ ਦੇ ਸਾਹਮਣੇ ਜਿਨ੍ਹਾਂ ਨੇ ਛਾਲ ਮਾਰੀ, ਔਰ ਜੋ ਸੂਬੇ ਦੇ ਵਿੱਚ ਚੱਲ ਰਿਹਾ ਜਿਸ ਤਰੀਕੇ ਹੜ੍ਹਾਂ ਦਾ ਜਿਹੜਾ ਦੌਰ ਚੱਲ ਰਿਹਾ, ਜਿਹਦੇ ਵਿੱਚ ਲੋਕਾਂ ਦੇ ਘਰ ਤੱਕ ਵਹਿ ਗਏ ਨੇ, ਤੇ ਮੇਰਾ ਨਹੀਂ ਖਿਆਲ ਬੰਦਾ ਤੈਰ ਕੇ ਕੋਈ ਦਰਿਆ ਦੇ ਵਿੱਚੋਂ ਨਿਕਲ ਸਕਦਾ ਸੀਗਾ। ਔਰ ਪੀੜਤ ਪਰਿਵਾਰ ਜਿਹੜਾ ਉਹਨਾਂ ਨੂੰ ਕੀ ਸਹਿਣਾ ਪੈ ਰਿਹਾ ਆਪਣੇ ਬੱਚਿਆਂ ਦੇ ਗਮ ਦੇ ਵਿੱਚ, ਆਪਣੇ ਬੱਚਿਆਂ ਦੇ ਵਿਯੋਗ ਦੇ ਵਿੱਚ। ਔਰ ਮੈਂ ਇੱਕ ਗੱਲ ਭਗਵੰਤ ਮਾਨ ਨੂੰ ਜ਼ਰੂਰ ਕਹਿਣੀ ਚਾਹੂੰਗਾ, ਮੈਂ ਇਸ ਸੂਬੇ ਦੇ ਡੀਜੀ ਨੂੰ ਜ਼ਰੂਰ ਕਹਿਣੀ ਚਾਹੂੰਗਾ ਕਿ ਜਿਸ ਤਰੀਕੇ ਪਿਛਲੀਆਂ ਸਰਕਾਰਾਂ ਦੇ ਵਿੱਚ ਪੁਲਿਸ ਦੇ ਉੱਤੇ ਦਬਾਅ ਹੁੰਦਾ ਸੀਗਾ ਕਿ ਇਹਨੂੰ ਫੜ ਲਓ, ਇਹਨੂੰ ਅੰਦਰ ਦੇ ਦਿਓ, ਉਹ ਦੌਰ ਜੇ ਤੁਹਾਡੇ ਵੇਲੇ ਮੁੱਕਾ ਸੀਗਾ ਤੇ ਤੁਸੀਂ ਪੁਲਿਸ ਨੂੰ ਬਹੁਤ ਜ਼ਿਆਦਾ ਖੁੱਲ੍ਹ ਦੇ ਦਿੱਤੀ ਕਿ ਆਪਣੀਆਂ ਮਨਮਰਜ਼ੀਆਂ ਕਰੇ, ਜਿਹਨੂੰ ਮਰਜ਼ੀ ਫੜ ਕੇ ਅੰਦਰ ਦੇ ਦੇਵੇ, ਜਿਹਨੂੰ ਮਰਜ਼ੀ ਫੜ ਕੇ ਬੇਇੱਜ਼ਤ ਕਰੇ। ਔਰ ਉਹਦੇ ਬਦਲੇ ਲੋਕੀ ਜਿਹੜੇ ਅਣਖ ਵਾਲੇ ਨੇ ਉਹ ਆਪਣਾ ਸਹਿ ਨਹੀਂ ਸਕਦੇ, ਪੁਲਿਸ ਦੇ ਤੇ ਗੱਲ ਨਹੀਂ ਪੈ ਸਕਦੇ। ਬਾਹਰੋਂ ਕੋ ਕਿਸੇ ਨੇ ਕੀਤੀ ਹੋਵੇ ਤੇ ਉਹਦੇ ਨਾਲ ਤੇ ਲੜਾਈ ਝਗੜਾ ਕੀਤਾ ਜਾ ਸਕਦਾ। ਜਦੋਂ ਤੁਸੀਂ ਵਰਦੀ ਦੇ ਵਿੱਚ ਹੋ, ਇੰਨੇ ਉੱਚ ਅਹੁਦਿਆਂ ਦੇ ਉੱਤੇ ਹੋ, ਫਿਰ ਲੋਕੀ ਗੁਰੇਜ਼ ਕਰਦੇ ਨੇ। ਤੇ ਉਹਨਾਂ ਬੱਚਿਆਂ ਨੇ ਜਿਹੜਾ ਕਦਮ ਉਠਾਇਆ ਉਹ ਆਪਣੀ ਅਣਖ ਦੀ ਖਾਤਰ ਤੇ ਆਪਣੀ ਇੱਜ਼ਤ ਦੀ ਖਾਤਰ ਇੰਨਾ ਜ਼ਿਆਦਾ ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ। ਉਹਨਾਂ ਨੇ ਜਿਹੜੀ ਦਰਿਆ ਦੇ ਵਿੱਚ ਛਾਲ ਮਾਰੀ ਹੈ, ਔਰ ਉਹਨਾਂ ਦੀ ਡਿਟੇਲ ਜਿਹੜੀ ਅੱਜ ਮੈਂ ਸੁਣੀ ਹੈ, ਮੈਂ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਸੱਦਾ ਦਊਂਗਾ ਕਿ ਇਸ ਪਰਿਵਾਰ ਦੀ ਬਾਹ ਫੜੀ ਜਾਵੇ। ਜੇ ਇੱਥੇ ਕੋਈ ਐਮਐਲਏ ਧੱਕਾ ਵੀ ਕਰਦਾ, ਕੋਈ ਗੁੰਡਾਗਰਦੀ ਕਰਦਾ, ਤੇ ਸੀਐਮ ਨੂੰ ਵੀ ਉਹਦਾ ਨੋਟਿਸ ਲੈਣਾ ਚਾਹੀਦਾ। ਬਹੁਤ ਸਾਰੀਆਂ ਖਬਰਾਂ ਜਿਹੜੀਆਂ ਸੁਣਨ ਚ ਆਉਂਦੀਆਂ ਨੇ, ਫਲਾਣੇ ਐਮਐਲਏ ਦੇ ਉੱਤੇ ਕਾਰਵਾਈ, ਫਲਾਣੇ ਮੰਤਰੀ ਦੇ ਉੱਤੇ ਕਾਰਵਾਈ। ਜੇ ਇਹੋ ਜਿਹੀ ਗੁੰਡਾਗਰਦੀ ਚੱਲ ਰਹੀ ਹੈ ਜਿਹੜੇ ਪਿਛਲੇ 20 ਸਾਲ ਤੋਂ ਪੁਲਿਸ ਨੇ ਮਾਫੀਆ ਬਣਾ ਕੇ ਚਲਾਈ ਸੀਗੀ, ਉਹ ਹੁਣ ਵੀ ਚੱਲ ਰਹੀ ਆ, ਤੇ ਉਹਦੇ ਉੱਤੇ ਕਾਰਵਾਈ ਨਾ ਕਰਨਾ ਉਸ ਐਸਐਚਓ ਨੂੰ, ਮਤਲਬ ਉਹ ਕੋ ਖੁਦਾ ਲੱਗ ਗਿਆ ਕਿ ਜਿਹਨੂੰ ਮਰਜ਼ੀ ਬੇਇੱਜ਼ਤ ਕਰੂਗਾ। ਕੋਵਿਡ ਦੇ ਵਿੱਚ ਵੀ ਉਸ ਐਸਐਚਓ ਦੀ, ਨਵਦੀਪ ਸਿੰਘ ਹੈ ਨਾ ਉਹਦਾ ਨਾਂ ਜੀ, ਉਹਦੀ ਇੱਕ ਵੀਡੀਓ ਆਈ ਸੀ ਕਿ ਕਿਵੇਂ ਕਿਸੇ ਗਰੀਬ ਦੀ ਰੇਹੜੀ ਨੂੰ ਲੱਤਾਂ ਮਾਰ ਰਿਹਾ, ਕਿਵੇਂ ਉਹਨਾਂ ਗਰੀਬਾਂ ਨੂੰ ਬੇਇੱਜ਼ਤ ਕਰ ਰਿਹਾ। ਔਰ ਇਸੇ ਤਰੀਕੇ ਜਿਹੜੀ ਮੈਂ ਤੁਹਾਨੂੰ ਜੋ ਸਟੋਰੀ ਹੈ, ਜੋ ਇਹਨਾਂ ਨਾਲ ਵਾਪਰਿਆ, ਪਰਿਵਾਰ ਦੇ ਮੈਂਬਰ ਬੈਠੇ ਨੇ, ਦੱਸਣ ਲੱਗਾ ਕਿ ਇਹਨਾਂ ਸਾਰ ਸਾਹਿਬ ਦੇ ਦੋ ਬੱਚੇ ਮਾਨਵਜੀਤ ਢਿੱਲੋਂ ਤੇ ਜਸ਼ਨਵੀਰ ਢਿੱਲੋਂ, ਇੱਕ ਦੀ ਉਮਰ 40 ਸਾਲ ਹੈ, ਇੱਕ ਦੀ ਉਮਰ 36 ਸਾਲ ਹੈ। ਜਿਹੜਾ ਮਾਨਵਜੀਤ ਆ 6.25 ਫੁੱਟ ਕੱਦ ਦਾ ਜਿਹੜਾ ਬੱਚਾ ਸੀਗਾ, ਉਹਦੇ ਦੋ ਅੱਗੋਂ ਬੇਟੇ ਨੇ, ਇੱਕ 14 ਸਾਲ ਦਾ, ਇੱਕ 10 ਸਾਲ ਦਾ। ਔਰ ਜਸ਼ਨਵੀਰ ਵੀ ਜਿਹੜਾ ਵਿਆਹਿਆ ਆ, ਉਹਨਾਂ ਦਾ ਅੱਗੋਂ ਮੇਰੇ ਖਿਆਲ ਗ੍ਰੈਂਡਫਾਦਰ 90 ਸਾਲ ਦੇ ਨੇ ਜੀ। ਉਹ ਵੀ ਪੁੱਛਦੇ ਨੇ ਕਿ ਉਹ ਬੱਚੇ ਕਿੱਥੇ, ਤੇ ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਉਹ ਵੀ ਕਿਤੇ ਸਦਮੇ 'ਚ ਆ ਜਾਣਗੇ, ਉਹਨਾਂ ਨੂੰ ਵੀ ਕੁਝ ਹੋ ਸਕਦਾ। ਔਰ ਉਹਨਾਂ ਨੂੰ ਸਿਰਫ ਇਹ ਕਿਹਾ ਜਾ ਰਿਹਾ ਕਿ ਉੱਥੇ ਬਿਮਾਰ ਨੇ, ਕਿਤੇ ਮਤਲਬ ਪਿੰਡ ਦੇ ਵਿੱਚ ਨੇ। ਉਹਨਾਂ ਨੂੰ ਅਜੇ ਤੱਕ ਕਲੀਅਰ ਹੀ ਨਹੀਂ ਕੀਤਾ ਜਾ ਰਿਹਾ ਕਿ ਉਹਨਾਂ ਦਰਿਆ ਦੇ ਵਿੱਚ ਛਾਲ ਮਾਰੀ ਹੈ। ਉਹਨਾਂ ਦੇ ਨਾਲ ਜਿਹੜੇ ਉਹ ਦੋ ਬੱਚੇ ਸੀਗੇ ਜਦੋਂ ਉਹਨਾਂ ਛਾਲ ਮਾਰੀ ਹੈ, ਤੇ ਮਾਨਵਦੀਪ ਉੱਪਲ, ਇਹਨਾਂ ਦਾ ਨਾਮ ਵੀ ਮਾਨਵ ਹੈ, ਉੱਥੇ ਸੀਗੇ। ਹਾਦਸਾ ਕਿਸ ਤਰ੍ਹਾਂ ਵਾਪਰਦਾ, ਇਹਦੀ ਜੜ ਕਿੱਥੋਂ ਵੱਜਦੀ ਹੈ, ਇਹਦੀ ਨੀਂਹ ਕਿੱਥੋਂ ਵੱਜਦੀ ਹੈ। ਆਹ ਬੱਚੀ ਹੈ ਪਰਮਿੰਦਰ ਕੌਰ, ਇਹਦੇ ਸਹੁਰੇ ਜਿਹੜੇ ਉਹ ਜਲੰਧਰ ਦੇ ਵਿੱਚ ਨੇ, ਤੇ ਖੁਦ ਇਹ ਲੁਧਿਆਣਾ ਤੋਂ ਬਿਲੋਂਗ ਕਰਦੀ ਹੈ। ਪਰਿਵਾਰ ਦੇ ਨਾਲ ਡਿਸਪਿਊਟ ਚੱਲ ਰਿਹਾ ਸੀਗਾ, ਔਰ ਇਹ ਬੱਚੇ ਜਿਹੜੇ ਪੈਰਵਾਈ ਕਰਨ ਥਾਣੇ ਦੇ ਵਿੱਚ ਜਾਂਦੇ ਨੇ। 1 ਨੰਬਰ ਡਿਵੀਜ਼ਨ ਹੈ ਜਿਹਨੂੰ ਕਹਿੰਦੇ ਨੇ, ਜਿਹਦੇ ਵਿੱਚ ਉਹ ਐਸਐਚਓ ਲੱਗਾ ਸੀਗਾ। ਔਰ ਉਹ ਐਸਐਚਓ ਤੇ ਉਹਦੇ ਨਾਲ ਇੱਕ ਕਾਂਸਟੇਬਲ ਹੈ ਜਗਜੀਤ ਕੌਰ, ਜਿਨ੍ਹਾਂ ਵੱਲੋਂ ਆਉਂਦਿਆਂ ਹੀ ਇਹਨਾਂ ਨੂੰ ਥਾਣੇ ਦੇ ਵਿੱਚ ਗਾਲਾਂ ਕੱਢੀਆਂ ਜਾਂਦੀਆਂ, ਜਿਵੇਂ ਕਿਸੇ ਨੂੰ ਪਹਿਲਾਂ ਹੀ ਟਾਰਗੇਟ ਕੀਤਾ ਹੋਇਆ ਸੀਗਾ ਕਿ ਤੂੰ ਬੈਠਾ ਕਿਵੇਂ ਹੈ, ਤੈਨੂੰ ਕੁਰਸੀ ਤੇ ਬਹਿਣਾ ਨਹੀਂ ਆਉਂਦਾ, ਤੈਨੂੰ ਇੱਕ ਲੇਡੀ ਦੇ ਸਾਹਮਣੇ ਬਹਿਣਾ ਨਹੀਂ ਆਉਂਦਾ। ਜਿਵੇਂ ਮਨ ਦੇ ਵਿੱਚ ਹੀ ਇਹ ਪਿਕਚਰ ਤੈਅ ਕੀਤੀ ਗਈ ਸੀ ਕਿ ਇੱਕ ਪਾਰਟੀ ਦੀ ਮਦਦ ਕਰਨੀ ਔਰ ਦੂਜਿਆਂ ਨੂੰ ਭਜਾਉਣਾ ਕਿਵੇਂ ਹੈ, ਦੂਜਿਆਂ ਨੂੰ ਉਠਾਉਣਾ ਕਿਵੇਂ ਹੈ। ਮਾਨਵਜੀਤ ਨੂੰ ਉੱਥੇ ਜਿਹੜਾ ਉਹ ਬੇਇੱਜ਼ਤ ਕੀਤਾ ਜਾਂਦਾ, ਔਰ ਮਾਨਵ ਦੀ ਗੱਲ ਉਹੀ ਕਾਂਸਟੇਬਲ ਜਿਹੜੀ ਐਸਐਚਓ ਦੇ ਨਾਲ ਕਰਾਉਂਦੀ ਹੈ। ਔਰ ਇਹ 16 ਤਰੀਕ ਦਾ ਇਹਨਾਂ ਨੂੰ ਟਾਈਮ ਦਿੱਤਾ ਜਾਂਦਾ ਹੈ। ਦਵਾਈ ਦਿੰਦੇ ਨੇ ਕਿ ਸਾਡਾ ਥੋੜ੍ਹੇ ਰੁਝੇਵੇਂ ਨੇ, ਸਾਨੂੰ ਟਾਈਮ ਹੀ 2 ਦਿਨ ਦਾ ਵੱਧ ਦੇ ਦਿੱਤਾ ਜਾਵੇ। ਉੱਥੇ ਵੀ ਵਜੇਦ ਹੋਇਆ ਜਾਂਦਾ, ਇਹਨਾਂ ਨੂੰ ਟਾਈਮ ਜਿਹੜਾ ਉਹ ਵੱਧ ਨਹੀਂ ਦਿੱਤਾ ਜਾਂਦਾ। ਅੱਗੋਂ ਜਿਹੜੀ ਤਰੀਕ ਉਹਨੇ ਫਿਕਸ ਕੀਤੀ ਹੈ ਉਸੇ ਦਾ ਟਾਈਮ ਇਹਨਾਂ ਨੂੰ ਦਿੱਤਾ ਗਿਆ। 16 ਨੂੰ ਇਹ ਦੋਵੇਂ ਪਰਿਵਾਰ ਜਿਹੜੇ ਥਾਣੇ 'ਚ ਪਹੁੰਚ ਜਾਂਦੇ ਨੇ। ਰਾਜੀਨਾਮਾ ਇਹਨਾਂ ਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ, ਪੰਜਾਬ 'ਚ ਬਹੁਤ ਸਾਰੇ ਮਸਲੇ ਦੇਸ਼ 'ਚ ਚੱਲਦੇ ਨੇ ਜਿੱਥੇ ਡਿਸਪਿਊਟ ਹੁੰਦਾ ਹੈ ਲੜਕੇ ਲੜਕੀ ਦਾ, ਉਹ ਇੱਕ ਅਲੱਗਾ ਚੀਜ਼ ਸੀਗੀ। ਔਰ ਉਸ ਤੋਂ ਬਾਅਦ ਇਹ ਦੋਵੇਂ ਪਾਰਟੀਆਂ ਐਸਐਚਓ ਨਾਲ ਇਕੱਲੇ ਗੱਲ ਕਰਨੀਆਂ ਚਾਹੁੰਦੇ ਨੇ, ਸਾਰਿਆਂ ਨੂੰ ਬਾਹਰ ਕੱਢ ਕੇ। ਜਦੋਂ ਇਹਨਾਂ ਦੀ ਗੱਲ ਸੁਣਦੇ ਆ ਅੰਦਰ, ਉਹਨਾਂ ਨੂੰ ਸੁਣਿਆ ਜਾਂਦਾ। ਮਾਨਵਜੀਤ ਵੀ ਬਾਹਰ ਹੈ, ਔਰ ਇਸ ਲੜਕੀ ਦਾ ਜਿਹੜਾ ਜੇਠ ਹੈ ਉਹ ਭੱਜਾ ਐਸਐਚਓ ਦੇ ਕਮਰੇ 'ਚ ਆਉਂਦਾ, ਔਰ ਉਹਨੂੰ ਕਹਿੰਦਾ ਕਿ ਬਾਹਰ ਇਹ ਝਗੜਾ ਹੋ ਰਿਹਾ, ਉਹ ਸਾਡੇ ਨਾਲ ਬਹਿਸਬਾਜੀ ਸੁਭਾਵਕ ਹੈ। ਜਦੋਂ ਤੁਸੀਂ ਕਿਸੇ ਦੇ ਨਾਲ ਗਏ ਹੋ, ਕਿਸੇ ਦੀ ਧੀ ਭੈਣ ਦਾ ਮਸਲਾ, ਇੱਕ ਦੂਜੇ ਨਾਲ ਬਹਿਸਬਾਜੀ ਹੁੰਦੀ ਹੈ। ਉੱਥੇ ਐਸਐਚਓ ਧਮਕੀਆਂ ਦਿੰਦਾ ਹੈ
ਕਿ ਮੈਂ ਤੇਰੇ ਉੱਤੇ 57 ਕਰ ਦੇਣੀ ਆ। ਮੁਲਾਜ਼ਮ ਜਿਹੜੇ ਨੇ ਉਹ ਜਦੋਂ ਮਾਨਵ ਨੂੰ ਅੰਦਰ ਲਿਆਂਦਾ ਜਾਂਦਾ ਥਾਣੇ, ਮੁਲਾਜ਼ਮ ਜਿਹੜੇ ਨੇ ਮਾਨਵ ਨੂੰ ਖਿੱਚ ਕੇ ਉਹ ਬਾਹਰ ਲੈ ਜਾਂਦੇ ਨੇ ਔਰ ਐਸਐਚਓ ਅੱਗੋਂ ਕਹਿੰਦਾ ਕਿ ਇਹਨਾਂ ਨੂੰ ਬੰਦਾ ਬਣਾਇਆ ਜਾਵੇ। ਐਸਐਚਓ ਦੇ ਕਮਰੇ ਦੇ ਵਿੱਚੋਂ ਖਿੱਚ ਕੇ ਉਹਨਾਂ ਨੂੰ ਖੜਿਆ ਜਾਂਦਾ ਔਰ ਮਾਨਵ ਉੱਥੇ ਰੌਲਾ ਪਾਉਂਦਾ। ਜਿੰਨਾ ਕੁ ਮੈਂ ਉਹਨੂੰ ਜਾਣਦਾ ਜਾਂ ਜਿੰਨਾ ਕੁ ਮੈਂ ਉਹਦੇ ਬਾਰੇ ਸੁਣਿਆ ਵੀ ਉਹ ਬਹੁਤ ਦਲੇਰ ਸੀਗਾ ਔਰ ਇਹ ਕਹਿ ਰਹੇ ਸੀ ਕਿ ਉਹਦੀ ਪੱਗ ਲਾ ਕੇ ਅੰਦਰ ਦਿਓ। ਉਹਨੇ ਇੱਕ ਗੱਲ ਕਹੀ ਕਿ ਤੁਸੀਂ ਨਜਾਇਜ਼ ਕਰ ਰਹੇ ਹੋ, ਜੋ ਮੇਰੇ ਨਾਲ ਕਰਨਾ ਕਾਨੂੰਨ ਦੇ ਮੁਤਾਬਕ ਤੁਹਾਡੇ ਕੈਮਰੇ ਲੱਗੇ ਨੇ ਉਹਨਾਂ ਦੀ ਦੇਖ ਰੇਖ ਦੇ ਵਿੱਚ ਕੀਤਾ ਜਾਵੇ। ਐਸਐਚਓ ਨੇ ਜੋ ਮੈਂ ਮਹਿਸੂਸ ਕੀਤਾ ਕਿ ਇਹਨੂੰ ਆਪਣਾ ਹੀ ਝਗੜਾ ਬਣਾ ਲਿਆ, ਉਹ ਦੂਜੀ ਪਾਰਟੀ ਕੋਲੋਂ ਪੈਸੇ ਲੈ ਕੇ ਜਾਂ ਪ੍ਰੈਸ਼ਰ ਹੇਠ ਆ ਕੇ ਜਾਂ ਆਪਣੇ ਉੱਚ ਅਧਿਕਾਰੀਆਂ ਦੇ ਪ੍ਰੈਸ਼ਰ ਹੇਠ ਆ ਕੇ ਜਿੰਨਾ ਵੀ ਇਹਦੇ ਵਿੱਚ ਲੈਣ ਦੇਣ ਕੀਤਾ ਹੋਊਗਾ। ਔਰ ਉਹੀ ਐਸਐਚਓ ਦੇ ਨਾਲ ਜਿਹੜੀ ਕਾਂਸਟੇਬਲ ਲੱਗੀ ਹੈ ਜਗਜੀਤ ਕੌਰ, ਉਹ ਇਸ ਲੜਕੀ ਨੂੰ ਧਮਕੀਆਂ ਲਾਉਂਦੀ ਆ ਕਿ ਆ ਖਾਲੀ ਪੇਪਰ ਨੇ 2-2 ਲਾਈਨਾਂ ਲਿਖੀਆਂ ਹੋਈਆਂ ਨੇ, ਉਹਦੇ ਉੱਤੇ ਸਾਈਨ ਕਰ, ਨਹੀਂ ਤਾਂ ਤੂੰ ਬਾਹਰ ਅਸ਼ਰ ਵੇਖ ਲੈ, ਤੇਰਾ ਵੀ ਉਹ ਅਸ਼ਰ ਕੀਤਾ ਜਾਣਾ। ਔਰ ਕਈ ਪੇਪਰ ਦੇ ਉੱਤੇ ਤੁਹਾਡੇ ਕੋਲੋਂ ਸਾਈਨ ਕਰਾਏ ਜਾਂਦੇ ਨੇ, ਆਹ ਸਾਈਨ ਇਹਦੇ ਕੋਲੋਂ ਕਰਾਏ ਜਾਂਦੇ ਨੇ। ਮਾਨਵ ਨੂੰ ਹਵਾਲਾ 'ਚ ਦੇ ਦਿੱਤਾ ਜਾਂਦਾ। ਜਦੋਂ ਬਾਹਰ ਆਉਂਦਾ ਇਹਨਾਂ ਨੂੰ ਦੱਸਿਆ ਗਿਆ ਕਿ ਮੇਰੇ ਮੂੰਹ ਦੇ ਉੱਤੇ ਮੁੱਕਾ ਵੀ ਮਾਰਿਆ, ਮੇਰੀ ਪੱਗ ਲਾ ਕੇ ਅੰਦਰ ਵੀ ਕੀਤਾ ਗਿਆ। ਔਰ ਬਾਪ ਇਹਨਾਂ ਦੇ ਪਿਤਾ ਜੀ ਨੂੰ ਕਿਸੇ ਦਾ ਫੋਨ ਆਉਂਦਾ, ਤੁਹਾਨੂੰ ਕਿਸੇ ਦਾ ਫੋਨ ਆਇਆ ਜੀ ਬੱਚੇ ਨੂੰ ਪਾਣੀ ਵੀ ਨਹੀਂ ਪੀਣ ਦੇ ਰਹੇ, ਪਾਣੀ ਤੱਕ ਨਹੀਂ, ਮਤਲਬ ਐਡੀ ਗਰਮੀ ਦੇ ਵਿੱਚ। ਛੋਟੇ ਬੇਟੇ ਨੇ ਕਿਹਾ ਜਸ਼ਨਪ੍ਰੀਤ ਨੂੰ ਹਿਟਲਰ ਬਣਿਆ ਬੈਠਾ ਵੀ ਇਹਨਾਂ ਦਾ ਛੋਟਾ ਬੇਟਾ ਇਹਨਾਂ ਨੂੰ ਕਹਿੰਦਾ ਹੈ ਕਿ ਉਹ ਹਿਟਲਰ ਬਣ ਕੇ ਬੈਠਾ। ਐਸਐਚਓ ਪਾਣੀ ਵੀ ਨਹੀਂ ਅੰਦਰ ਦਿੱਤਾ ਜਾ ਰਿਹਾ। ਦੂਜੀ ਚੀਜ਼, ਐਸਐਚਓ ਹੈ ਤੂੰ ਕੋ ਪੰਜਾਬ ਦਾ ਮੁੱਖ ਮੰਤਰੀ ਤੇ ਨਹੀਂ ਲੱਗਾ, ਇੱਕ ਸਿੰਗਲ ਬੰਦੇ ਦੇ ਉੱਤੇ ਤੈਨੂੰ 157 ਪਰਚਾ ਦੇਣ ਦਾ ਕੀ ਹੱਕ ਸੀਗਾ? ਜੇ ਉਹ ਕਿਸੇ ਨਾਲ ਝਗੜਾ ਕਰ ਰਿਹਾ ਸੀ, ਉਹਦੇ ਨਾਲ ਕੋਈ ਬਹਿਸਬਾਜ਼ੀ ਕਰ ਰਿਹਾ ਸੀਗਾ, ਫਿਰ ਦੋਵਾਂ ਧਿਰਾਂ ਦੀ ਜਿਹੜੀ ਉਹ 57 ਹੋਣੀ ਚਾਹੀਦੀ ਸੀ। ਕਦੀ ਮਗਰ ਆਇਆਂ ਦੇ ਉੱਤੇ ਵੀ 57 ਕੀਤੀ ਜਾਂਦੀ ਹੈ। ਤੁਸੀਂ ਵੀ ਇੰਨੀ ਦੇਰ ਤੋਂ ਜਾਣਦੇ ਹੋ, ਸਿਰਫ ਟਾਰਗੇਟ ਕੀਤਾ ਜਾਂਦਾ ਸਰ। ਉਹ ਬੰਦੇ ਨੂੰ ਟਾਰਗੇਟ ਕੀਤਾ ਗਿਆ, ਉਹਨੂੰ ਬੇਇੱਜ਼ਤ ਕੀਤਾ ਗਿਆ, ਨਾਲ ਆਉਣਾ ਉਹਦਾ ਗੁਨਾਹ ਹੋ ਗਿਆ। ਇਹਨਾਂ ਦੇ ਪਿਤਾ ਜੀ ਨੇ ਐਸਐਚਓ ਦੇ ਤਰਲੇ ਵੀ ਕੱਢੇ ਵੀ ਕਸੂਰ ਕੀ ਹੈ ਬੱਚਿਆਂ ਦਾ, ਉਹਨਾਂ ਨੂੰ ਪਾਣੀ ਵੀ ਨਹੀਂ ਪੁੱਛਿਆ ਜਾ ਰਿਹਾ, ਉਹਨਾਂ ਨੂੰ ਕੁਝ ਦਿੱਤਾ ਹੀ ਨਹੀਂ ਜਾ ਰਿਹਾ। ਉਹਦੀ ਕਮੀਜ਼ ਤੱਕ ਲਵਾ ਲਈ ਗਈ ਜਿਹੜੀ ਉਹਨੂੰ ਬਾਅਦ ਚੋਂ ਕਿਸੇ ਹੋਰ ਨੇ ਲਿਆ ਕੇ ਦਿੱਤੀ ਹੈ। ਸਾਰੀ ਜੱਦੋਜਹਿਦ ਤੋਂ ਬਾਅਦ 17 ਤਰੀਕ ਨੂੰ ਉਸ ਬੱਚੇ ਦੀ ਜ਼ਮਾਨਤ ਹੋ ਜਾਂਦੀ ਹੈ। ਛੋਟਾ ਭਰਾ ਜਿਹੜਾ ਜਸ਼ਨ ਢਿੱਲੋਂ, ਉਹ ਮਾਨਸਿਕ ਤੌਰ ਦੇ ਉੱਤੇ ਬਹੁਤ ਪਰੇਸ਼ਾਨ ਹੋ ਜਾਂਦਾ ਆਪਣੇ ਭਰਾ ਦੀ ਇੰਨੀ ਬੇਇੱਜ਼ਤੀ ਵੇਖਦੇ ਹੋਏ। ਆਪਣੇ ਬਾਪ ਨੂੰ ਅਖੀਰ ਦੇ ਵਿੱਚ ਉਹ ਫੋਨ ਕਰਦਾ ਕਿ ਤੁਸੀਂ ਸਾਡੇ ਲਈ ਬਹੁਤ ਕੁਝ ਕੀਤਾ, ਤੁਸੀਂ ਸਾਨੂੰ ਇੱਥੋਂ ਤੱਕ ਪਹੁੰਚਾਇਆ। ਉਹ 2 ਲਫ਼ਜ਼ ਇਹਨਾਂ ਨੂੰ ਵਰਤਦਾ ਕਿ ਲਵ ਯੂ ਪਾਪਾ, 2 ਵਾਰੀ ਉਹ ਕਹਿੰਦਾ ਲਵ ਯੂ ਪਾਪਾ। ਇਸ ਤੋਂ ਬਾਅਦ ਉਹ ਇਹਨਾਂ ਨਾਲ ਕੋਈ ਗੱਲ ਨਹੀਂ ਕਰਦਾ, ਬਹੁਤ ਜ਼ਿਆਦਾ ਡਿਪਰੈਸ਼ਨ 'ਚ ਆ ਗਿਆ ਸੀਗਾ। ਔਰ ਜਸ਼ਨ ਜਦੋਂ ਨਿਕਲਦਾ ਤੇ ਸਾਰੇ ਪਰਿਵਾਰ ਨੂੰ ਟੈਨਸ਼ਨ ਹੋ ਜਾਂਦੀ। ਉਹ ਵੱਡੇ ਭਰਾ ਨੂੰ ਕਹਿੰਦੇ ਨੇ ਕਿ ਇਹਨੂੰ ਲੱਭਣ ਦੀ ਕੋਸ਼ਿਸ਼ ਕਰੋ, ਇਹਦੀ ਲੋਕੇਸ਼ਨ ਟਰੇਸ ਕਰੋ। ਇਹ ਮਾਨਵ ਤੇ ਦੂਸਰਾ ਮਾਨਵ ਜਿਹਨੇ ਦਰਿਆ ਛਾਲ ਮਾਰੀ, ਇਹ ਦੋਵੇਂ ਜਾਣੇ ਉਹਨੂੰ ਲੱਭਣ ਚਲੇ ਜਾਂਦੇ ਨੇ। ਉਹਨੂੰ ਫੋਨ ਦੇ ਉੱਤੇ ਬਹਾਨੇ ਨਾਲ ਕਹਿੰਦੇ ਨੇ ਕਿ ਮੇਰੀ ਗੱਡੀ ਮੈਨੂੰ ਵਾਪਸ ਚਾਹੀਦੀ ਆ, ਮੈਂ ਕਿਤੇ ਜਾਣਾ। ਤੇ ਉਹਨਾਂ ਨੂੰ ਕਹਿੰਦਾ ਜੀ ਦਰਿਆ ਤੇ ਆ ਜਾਓ, ਉੱਥੋਂ ਗੱਡੀ ਲੈ ਲਓ। ਉੱਥੇ ਜਸ਼ਨ ਉਹਨਾਂ ਨੂੰ ਮਿਲ ਜਾਂਦਾ ਔਰ ਉਹਦੇ ਨਾਲ ਉਹ ਬਹੁਤ ਜ਼ਿਆਦਾ ਜੱਦੋਜਹਿਦ ਕਰਦੇ ਨੇ ਕਿ ਚੱਲ ਘਰ ਚੱਲੀਏ। ਇਹ ਵੀ ਸ਼ਖਸ ਉੱਥੇ ਸੀਗੇ, ਮਾਨਵ ਤੁਸੀਂ ਵੀ ਉੱਥੇ ਸੀਗੇ। ਬਹੁਤ ਜ਼ਿਆਦਾ ਜੱਦੋਜਹਿਦ ਕੀਤੀ ਜਾਂਦੀ। ਇਹਨਾਂ ਨੂੰ ਨਾਕੇ ਦੇ ਉੱਤੇ ਪੁਲਿਸ ਬੁਲਾ ਲੈਂਦੀ ਹੈ ਕਿ ਗੱਡੀ ਤੁਸੀਂ ਇੱਥੇ ਨਹੀਂ ਲਾ ਸਕਦੇ, ਗੱਡੀ ਮਤਲਬ ਪਰੇ ਕਰਕੇ ਇਹਨੂੰ ਲਾ ਦਿਓ। ਸਾਰਾ ਟੱਬਰ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ। ਉਹ ਲਫ਼ਜ਼ ਕੀ ਵਰਤਦਾ ਕਿ ਮੇਰੇ ਪੱਲੇ ਕੱਖ ਨਹੀਂ ਰਿਹਾ, ਸਾਡੀ ਬੇਇੱਜ਼ਤੀ ਹੋਈ ਹੈ। ਪਹਿਲਾਂ ਉਹ ਬਹੁਤ ਜ਼ਿਆਦਾ ਰੋਂਦਾ, ਉਸ ਤੋਂ ਬਾਅਦ ਉਹ ਹੱਸਣਾ ਸ਼ੁਰੂ ਕਰ ਦਿੰਦਾ। ਮਤਲਬ ਮਾਨਸਿਕ ਤੌਰ ਤੇ ਇੰਨਾ ਉਹਨੂੰ ਪਰੇਸ਼ਾਨ ਤੇ ਇੰਨਾ ਟਾਰਗੇਟ ਕੀਤਾ ਗਿਆ। ਫਿਰ ਜਦੋਂ ਉਹਦਾ ਬ੍ਰਦਰ ਉਹਨੂੰ ਕਹਿੰਦਾ ਚੱਲ ਚੱਲੀਏ, ਉਹ ਫੋਨ ਦੇ ਉੱਤੇ ਗੱਲ ਕਰ ਰਿਹਾ, ਆਪਣੇ ਪੇਰੈਂਟਸ ਨੂੰ ਦੱਸ ਰਿਹਾ, ਤੇ ਦੂਜੇ ਭਰਾ ਜਸ਼ਨ ਨੇ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ, ਜਿਹੜੀ ਇਹਨਾਂ ਵੀ ਅੱਖੀ ਵੇਖੀ। ਉਹਦੇ ਪਿੱਛੇ ਮਾਨਵ ਨੇ ਆਪਣੇ ਭਰਾ ਨੂੰ ਬਚਾਉਣ ਲਈ ਜਿਹੜੀ ਉਹ ਛਾਲ ਮਾਰ ਦਿੱਤੀ। ਔਰ ਉਹ ਦੋਵਾਂ ਭਰਾਵਾਂ ਦਾ ਅੱਜ ਕਿੰਨੇ ਦਿਨ ਹੋ ਗਏ ਨੇ ਜੀ? 9 ਦਿਨ। ਕੋਈ ਉਹਨਾਂ ਦਾ ਥੋ ਪਤਾ ਨਹੀਂ ਲੱਗ ਰਿਹਾ। ਔਰ ਦੁੱਖ ਕਿਸ ਗੱਲ ਦਾ ਕਿ 2 ਘਰ ਦੇ ਵਿੱਚ ਜਵਾਨ ਬੱਚੇ ਗਾਇਬ ਹੋ ਗਏ। ਹੁਣ ਮੈਂ ਮੌਤ ਲਫ਼ਜ਼ ਨਾ ਨਹੀਂ ਵਰਤਣਾ ਚਾਹੁੰਦਾ। ਦੋਵਾਂ ਦੀ ਆਸ ਕੋਈ ਨਹੀਂ ਕਿ ਉਹਨਾਂ ਮੁੜਨਾ ਹੋਵੇ। ਨਾ ਕੋਈ ਇਲਾਕੇ ਦਾ ਇੱਥੇ ਐਮਐਲਏ ਆਉਣ ਨੂੰ ਤਿਆਰ ਹੈ, ਨਾ ਕੋਈ ਇੱਥੇ ਆਇਆ। ਜਿੰਨਾ ਕਿ ਮੈਨੂੰ ਪਤਾ ਲੱਗਾ ਕਿ ਐਸਐਚਓ ਵੀ ਐਮਐਲਏ ਦੀ ਸ਼ਹਿਰ ਦੇ ਉੱਤੇ ਲੱਗਾ ਹੋਇਆ ਸੀਗਾ। ਔਰ ਦੁੱਖ ਇਸ ਗੱਲ ਦਾ ਕਿ ਲੋਕਲ ਬੋਡੀ ਮਿਨਿਸਟਰ ਇਸ ਸ਼ਹਿਰ ਦਾ ਹੋਵੇ ਔਰ ਉਹ ਖੁਦ ਪੁਲਿਸ ਅਫਸਰ ਰਹਿ ਚੁੱਕਿਆ ਹੋਵੇ ਔਰ ਅਜੇ ਤੱਕ ਉਹ ਐਸਐਚਓ ਦੇ ਉੱਤੇ ਕਾਰਵਾਈ ਨਾ ਕੀਤੀ ਜਾਵੇ। ਗਵਰਨਰ ਤੱਕ ਨੂੰ ਇਹਨਾਂ ਲੋਕਾਂ ਨੇ ਸ਼ਿਕਾਇਤ ਦਿੱਤੀਆਂ ਨੇ। ਔਰ ਮੈਂ ਗਵਰਨਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਆਪਣੀ ਤੁਹਾਡੀ ਇੱਕ ਦੂਜੇ ਦੇ ਨਾਲ ਜਿਹੜੀ ਈਗੋ ਹਟ ਹੋ ਰਹੀ ਹੈ, ਸਰਕਾਰ ਦੇ ਨਾਲ ਤੁਸੀਂ ਲੜਦੇ ਹੋ, ਮੈਂ ਤੈਨੂੰ ਭੰਗ ਕਰ ਦਿੰਦਾ, ਉਹ ਤੁਹਾਨੂੰ ਕੋਈ ਜਵਾਬ ਨਹੀਂ ਦਿੰਦੇ। ਪਰ ਇਹੋ ਜਿਹੇ ਮੁੱਦੇ, ਇਹੋ ਜਿਹੇ ਜਿਹੜੇ ਮਸਲੇ ਨੇ, ਇਹਨਾਂ ਦੇ ਉੱਤੇ ਕੋਈ ਵੀ ਗਰੀਬ ਜਨਤਾ ਦੇ ਉੱਤੇ ਗੌਰ ਨਹੀਂ ਫਰਮਾ ਰਿਹਾ। ਜੋ ਤੁਹਾਨੂੰ ਆਕਾ ਕਹਿੰਦੇ ਨੇ, ਤੁਸੀਂ ਸਰਕਾਰ ਨੂੰ ਆਰਡਰ ਸੁਣਾ ਦਿੰਦੇ ਹੋ। ਜੋ ਸਰਕਾਰ ਦੇ ਆਕਾ ਇਹਨਾਂ ਨੂੰ ਕਹਿੰਦੇ ਨੇ, ਉਹ ਤੁਹਾਨੂੰ ਉਹ ਜਵਾਬ ਚਲੇ ਜਾਂਦਾ। ਕੁਝ ਵੀ ਨਹੀਂ ਕੀਤਾ ਜਾ ਰਿਹਾ। ਔਰ ਮੈਂ ਤੁਹਾਡੇ ਧਿਆਨ 'ਚ ਇੱਕ ਗੱਲ ਜ਼ਰੂਰ ਲਿਆਉਣੀ ਚਾਹੁੰਦਾ ਕਿ ਇਕੱਲਾ ਇਸ ਜ਼ਿਲ੍ਹੇ ਦਾ ਹਾਲ ਨਹੀਂ ਹੈ। ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀ ਪੁਲਿਸ ਨੂੰ ਬਹੁਤ ਜ਼ਿਆਦਾ ਖੁੱਲ੍ਹ ਦਿੱਤੀ ਗਈ ਹੈ, ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ। ਔਰ ਇੱਕ
ਤਰੀਕਾ ਸੀਗਾ ਅੰਗਰੇਜ਼ਾਂ ਦੇ ਵੇਲੇ ਕਿ ਜਦੋਂ ਵੀ ਕੋਈ ਅਫਸਰ ਲੱਗਦਾ ਸੀ ਉਹਦੀ 2-3 ਸਾਲ ਬਾਅਦ ਬਦਲੀ ਕੀਤੀ ਜਾਂਦੀ ਸੀ ਦੂਰ ਦਰਾਡੇ ਕੋ 100-150 ਕਿਲੋਮੀਟਰ। ਉਹ ਰਵਾਇਤ ਹੀ ਮੁੱਕ ਗਈ। ਪੂਰਾ ਮਾਫੀਆ ਜਿਹੜਾ ਪੁਲਿਸ ਨੇ ਵੀ ਬਣਾ ਲਿਆ, ਪੂਰਾ ਨੈਕਸਸ ਦੇ ਤੌਰ ਦੇ ਉੱਤੇ ਪੁਲਿਸ ਨੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਿਸ ਤਰੀਕੇ ਮਾਫੀਆ ਨਾਲ ਰਲ ਗਏ, ਕਿਸ ਤਰੀਕੇ ਉਹ ਐਮਐਲਏਆਂ ਦੇ ਪ੍ਰੈਸ਼ਰ ਹੇਠ ਆ ਗਏ, ਕਿਸ ਤਰੀਕੇ ਉਹ ਮੰਤਰੀਆਂ ਦੇ ਪ੍ਰੈਸ਼ਰ ਹੇਠ ਆ ਗਏ, ਕਿਉਂਕਿ ਕੋਈ ਵੀ ਪੁਲਿਸ ਅਫਸਰ ਆਪਣਾ ਘਰ ਨਹੀਂ ਛੱਡਣਾ ਚਾਹੁੰਦਾ ਜਿੱਥੇ ਲੱਗਾ। ਮੈਂ ਤੇ ਅੱਗੇ ਲੋਕਾਂ ਨੂੰ ਹੱਸਦਾ ਕਿ ਕੋਈ ਐਮਐਲਏ ਦਾ ਹਲਕਾ ਬਦਲਿਆ ਜਾ ਸਕਦਾ 5 ਸਾਲ ਬਾਅਦ, ਕਿਸੇ ਐਸਐਚਓ ਨੂੰ ਤੁਸੀਂ 5, 10, 15 ਸਾਲ ਦੇ ਵਿੱਚ ਉਹਦਾ ਜ਼ਿਲ੍ਹਾ ਹੀ ਨਹੀਂ ਚੇਂਜ ਕਰ ਸਕਦੇ। ਇਸ ਤਰੀਕੇ ਕਬਜ਼ਾ ਤੇ ਇਸ ਤਰੀਕੇ ਜਿਹੜਾ ਨੈਕਸਸ ਤਿਆਰ ਕੀਤਾ ਗਿਆ। ਔਰ ਜੋ ਸੁਣਨ ਚ ਆ ਰਿਹਾ ਕਿ ਕਈ ਉੱਚ ਅਧਿਕਾਰੀ ਵੀ ਇਹਦੇ ਨਾਲ ਰਲ ਗਏ ਸੀਗੇ ਐਸਐਚਓ ਦੇ, ਔਰ ਕਈਆਂ ਨੂੰ ਪੈਸੇ ਵੀ ਜਿਹੜੇ ਭੇਂਟ ਹੋਏ ਜਾਂ ਉਹਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ। ਕੱਲ ਐਸਐਚਓ ਨੂੰ ਲਾਈਨ ਹਾਜ਼ਰ ਕੀਤਾ ਗਿਆ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਕੀ ਗੱਲ ਉਸ ਬੰਦੇ ਦੇ ਖਿਲਾਫ ਪਰਚਾ ਨਹੀਂ ਬਣਦਾ? ਬੰਦਿਆਂ ਨੂੰ ਬੇਇੱਜ਼ਤ ਕਰਨਾ, ਲੋਕਾਂ ਦੀਆਂ ਰੇਹੜੀਆਂ ਨੂੰ ਲੱਤਾਂ ਮਾਰਨਾ, ਇੰਨੀਆਂ ਜ਼ਿਆਦੀਆਂ ਕੰਪਲੇਂਟਸ ਉਸ ਬੰਦੇ ਦੀਆਂ ਆ ਰਹੀਆਂ, ਕਿਤੇ ਚੋਰੀ ਦੇ ਵਿੱਚ ਦਖਲ ਦਿੱਤਾ, ਕੋ ਪੈਸੇ ਖਾ ਲਏ, ਕੋ ਉਹ ਬੰਦੇ ਨੂੰ ਰੱਖ ਕੇ ਜਿਹੜੇ ਬੰਦੇ ਮਤਲਬ ਐਡੇ ਕ੍ਰਿਮੀਨਲ ਨੇ ਸਾਡੇ ਸ਼ਹਿਰ ਦੇ ਵਿੱਚ। ਕੱਲ ਕੁਝ 5-4 ਐਸਐਚਓ ਕਿਸੇ ਪਾਰਟੀ 'ਚ ਨੱਚ ਰਹੇ ਸੀ ਜਿਹਦੇ ਵਿੱਚ ਕਿਸੇ ਬੰਦੇ ਦੇ ਉੱਤੇ ਪਰਚਾ ਸੀਗਾ, ਉਹਨਾਂ ਨੂੰ ਬਦਲ ਦਿੱਤਾ ਗਿਆ, ਕੋ ਮਾਨਸਾ, ਕੋ ਪਟਿਆਲਾ। ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਐਸਐਚਓ ਹੀ ਗੈਂਗਸਟਰ ਬਣ ਗਿਆ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਇਹ ਪਰਿਵਾਰ ਅੱਜ ਤਰਸ ਕਿਉਂ ਰਿਹਾ? ਇਹਨਾਂ ਦੇ ਵੱਲ ਆ ਕਿਉਂ ਨਹੀਂ ਰਿਹਾ ਕੋਈ? ਇਹਨਾਂ ਦਾ ਹਾਲ ਕਿਉਂ ਨਹੀਂ ਪੁੱਛ ਰਿਹਾ? ਕਿਉਂਕਿ ਸਰਕਾਰ ਦੇ ਬੰਦੇ ਤੇ ਸਰਕਾਰੀ ਬੰਦੇ ਦੇ ਵਿੱਚ ਇਨਵੋਲਵ ਨੇ। ਔਰ ਬਹੁਤ ਥਾਵਾਂ ਦੇ ਉੱਤੇ ਜੇ ਦੇਖਿਆ ਜਾਵੇ ਕਦੀ ਵੀ ਕਿਸੇ ਪੁਲਿਸ ਅਫਸਰ ਦੇ ਖਿਲਾਫ ਜਿਹੜੀ ਇਨਕੁਆਇਰੀ ਚੱਲਦੀ ਹੈ, ਪਹਿਲੀ ਤਾਂ ਉਸ ਜ਼ਿਲ੍ਹੇ ਦੇ ਵਿੱਚ ਹੋਣੀ ਨਹੀਂ ਚਾਹੀਦੀ। ਕਦੀ ਵੀ ਕਿਸੇ ਨੂੰ ਸਜ਼ਾ ਨਹੀਂ ਮਿਲਦੀ। ਆਪਸ 'ਚ ਮਿਲ ਕੇ ਉਹਨਾਂ ਇਨਕੁਆਇਰੀਆਂ ਦਾ ਹੱਲ ਕਰਾ ਲਿਆ ਜਾਂਦਾ, ਆਪਸ 'ਚ ਮਿਲ ਕੇ ਉਹਨਾਂ ਇਨਕੁਆਇਰੀਆਂ ਨੂੰ ਬੰਦ ਕਰਾ ਲਿਆ ਜਾਂਦਾ। ਮਤਲਬ ਇਸ ਤਰੀਕੇ ਦੇ ਹਾਲਾਤ ਬਣੇ ਪਏ ਨੇ। ਜੇ ਕੋਈ ਪੁਲਿਸ ਅਫਸਰ ਨੇ ਗਲਤੀ ਕੀਤੀ ਹੈ ਤੇ ਉਹਨੂੰ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਹੈ। ਉਸ ਤੋਂ ਅੱਗੇ ਘਿਨਾਉਣੇ ਅਪਰਾਧ ਜਿਹੜੇ ਕੀ ਕੀਤੇ ਗਏ ਉਹ ਇਹਨਾਂ ਨੇ ਵੀ ਮੈਨੂੰ ਦੱਸੇ ਕਿ 14 ਤਰੀਕ ਤੱਕ ਐਸਐਚਓ ਕਹਿੰਦਾ ਕੈਮਰਾ ਚੱਲਦਾ। 15 ਤਰੀਕ ਨੂੰ ਜਿਸ ਦਿਨ ਉਹਦੀ ਪੱਗ ਲਾਈ ਜਾਂਦੀ ਹੈ, ਜਿਸ ਦਿਨ ਉਹਦੇ ਨਾਲ ਇਹ ਹਾਦਸਾ ਹੁੰਦਾ 16 ਤਰੀਕ ਨੂੰ, ਉਸ ਦਿਨ ਉਹ ਕਹਿੰਦਾ ਮੇਰੇ ਕੈਮਰੇ ਬੰਦ ਹੋ ਗਏ। ਤੁਸੀਂ ਸਾਰੇ ਜਾਣੇ ਬਾਜ਼ਾਰਾਂ 'ਚ ਜਾਂਦੇ ਹੋ, ਕਿਤੇ ਵਾਰਦਾਤ ਹੁੰਦੀ ਹੈ, ਪੁਲਿਸ ਦੁਕਾਨਦਾਰਾਂ ਦੇ ਕੈਮਰੇ ਚੈੱਕ ਕਰਦੀ ਹੈ ਵੀ ਇੱਥੋਂ ਲੰਘ ਕੇ ਤੇ ਨਹੀਂ ਗਿਆ ਕੋਈ। ਜੇ ਕਿਸੇ ਦੁਕਾਨਦਾਰ ਦਾ ਕੈਮਰਾ ਬੰਦ ਹੋਵੇ ਤਾਂ ਉਹਨੂੰ ਬੇਇੱਜ਼ਤ ਕੀਤਾ ਜਾਂਦਾ, ਉਹਨੂੰ ਠੋਕਣ ਤੱਕ ਜਾਇਆ ਜਾਂਦਾ। ਥਾਣੇ ਦੇ ਕੈਮਰੇ ਬੰਦ ਨੇ ਤੇ ਇਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ। ਫਿਰ ਇਸ ਲੜਕੀ ਕੋਲ ਜਿਹੜੀ ਇਹਦੇ ਨਾਲ ਵਧੀਕੀ ਹੁੰਦੀ ਰਹੀ ਹੈ, ਉਹਦੀਆਂ ਵੀਡੀਓ ਸੀਗੀਆਂ, ਥਾਣੇ 'ਚ ਬੰਦ ਕਰਕੇ ਇਹਦੇ ਕੋਲੋਂ ਡਿਲੀਟ ਕਰਾਈਆਂ ਜਾਂਦੀਆਂ ਨੇ 14 ਤਰੀਕ ਨੂੰ। ਕੀ ਗੱਲ ਪੁਲਿਸ ਦੇ ਜਿਹੜੇ ਆਲਾ ਅਫਸਰ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਮੈਂ ਇਹਨਾਂ ਕੋਲ 14 ਦੀ ਰਿਕਾਰਡਿੰਗ ਕਢਾ ਲਾਂ? ਉਹ ਕਹਿ ਰਿਹਾ ਸੀਗਾ 5 ਨੂੰ ਬੰਦ ਹੈ। ਕਿਉਂ ਨਹੀਂ ਇਸ ਕੇਸ ਨੂੰ ਜਿਹੜਾ ਸੰਜੀਦਗੀ ਨਾਲ ਲਿਆ ਜਾ ਰਿਹਾ? ਤੁਸੀਂ 2 ਬੱਚਿਆਂ ਦੀ ਮਤਲਬ ਲਾਪਤਾ ਹੋਏ ਨੇ ਜਿਹੜੇ ਲੱਭ ਨਹੀਂ ਰਹੇ, ਜਿਨ੍ਹਾਂ ਨੂੰ ਉਹਨਾਂ ਦਾ ਪਤਾ ਸੁਰ ਲੱਗਣ ਦੀ ਕੋਈ ਆਸ ਹੀ ਨਹੀਂ ਹੈਗੀ, ਤੇ ਇਹਦੇ ਉੱਤੇ ਤੁਸੀਂ ਕੋਈ ਗੰਭੀਰ ਹੀ ਨਹੀਂ ਹੈਗੇ, ਇਹਦੇ ਉੱਤੇ ਤੁਸੀਂ ਕੋਈ ਕੰਮ ਹੀ ਨਹੀਂ ਕਰ ਰਹੇ। ਇਹਨਾਂ ਲੋਕਾਂ ਨੇ ਹਰ ਬੰਦੇ ਨੂੰ ਤੁਸੀਂ ਦੇਖੋ ਦਰਿਆ ਦੇ ਵਿੱਚ ਕੋਈ ਬੰਦੇ ਮਤਲਬ ਡੁੱਬ ਗਏ ਨੇ, ਉੱਥੇ ਰੈਸਕਿਊ ਟੀਮਸ ਆਉਂਦੀਆਂ ਨੇ, ਕੋਈ ਵੀ ਉਹਨਾਂ ਲਈ ਨਹੀਂ ਭੇਜੀਆਂ ਗਈਆਂ, ਕੋਈ ਵੀ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਔਰ ਅੱਗੋਂ ਭੱਦੇ ਮਜ਼ਾਕ ਜਿਹੜਾ ਐਸਐਚਓ ਕਰ ਰਿਹਾ ਕਿ ਇਹਨਾਂ ਦੇ ਉੱਤੇ ਕਰਜ਼ਾ ਹੋਣਾ। ਇਹ ਆਪਣਾ ਛੋਟਾ ਇੱਕ ਮਾਲ ਬਣਾ ਰਹੇ ਨੇ, ਇੱਕ ਸਕੂਲ ਇਹਨਾਂ ਦਾ ਚੱਲਦਾ, ਹਸਪੀਟਲ ਵੀ ਆ ਜੀ ਤੁਹਾਡਾ। ਕੋਈ ਬੰਦਾ ਤੇ ਦੱਸੋ ਨਾ ਜਿਹੜਾ ਤੁਹਾਨੂੰ ਕਹਿੰਦਾ ਕਰਜ਼ਾ ਵਪਾਰਾਂ 'ਚ ਲੈਣ ਦੇਣ 20 ਚੱਲਦੇ ਨੇ ਆਪਣੇ ਆਪ ਦੇ ਉੱਤੇ। ਉਹ ਮੈਂ ਉਸ ਦਿਨ ਉਹਦੀ ਵੀਡੀਓ ਸੁਣਦਾ ਸੀਗਾ ਕਿ ਮੈਂ ਹਵਾਲਾ 'ਚ ਦੇਣਾ ਤੇ 57 ਕੀਤੀ ਹੈ ਤੇ ਮੈਂ ਪੱਗ ਲਾ ਕੇ ਦੇਣਾ। ਤੂੰ ਕੌਣ ਨਾ ਯਾਰ ਕਿਸੇ ਦੀ ਪੱਗ ਲਾਉਣ ਵਾਲਾ? ਤੂੰ ਕੌਣ ਨਾ? ਉਹਦੇ ਤੇ ਬਹੁਤ ਮਤਲਬ ਗੰਭੀਰ ਇਲਜ਼ਾਮ ਸੀਗੇ। ਜੇ 57 ਕੀਤੀ ਹੈ ਤੇ ਬਾਕੀ ਬੰਦਿਆਂ ਦੇ ਉੱਤੇ ਨਾਲ ਕਿਉਂ ਨਹੀਂ ਕੀਤੀ ਗਈ ਜਿਹਦੇ ਨਾਲ ਉਹ ਬਹਿਸਬਾਜ਼ੀ ਕਰ ਰਿਹਾ ਸੀਗਾ, ਜਿਹਦੇ ਨਾਲ ਇੱਕ ਦੂਜੇ ਦਾ ਝਗੜਾ ਹੋਣ ਦਾ ਖਤਰਾ ਸੀਗਾ? ਮਤਲਬ ਇਸ ਤਰੀਕੇ ਮਨਮਰਜ਼ੀਆਂ ਕਰਕੇ ਆਪਣੇ ਆਪ ਨੂੰ ਸੇਫ ਕਰਨ ਲਈ ਇਸ ਤਰੀਕੇ ਮਤਲਬ ਫਜ਼ੂਲ ਜਿਹੜੇ ਬਿਆਨ ਹੈ, ਊਲ ਜਲੂਲ ਦੇ ਬਿਆਨ ਜਿਹੜੇ ਦਿੱਤੇ ਜਾ ਰਹੇ ਨੇ। ਔਰ ਸਾਰੀ ਪੁਲਿਸ ਵੀ ਦੇਖ ਰਹੀ ਹੈ, ਇਹਦੇ ਆਲਾ ਅਧਿਕਾਰੀ ਵੀ ਦੇਖ ਰਹੇ ਆ, ਸਰਕਾਰ ਦੇ ਨੋਟਿਸ ਦੇ ਵਿੱਚ ਵੀ ਆ। ਮੈਨੂੰ ਕੱਲ ਪਤਾ ਲੱਗਾ ਕਿ ਸ਼ਾਇਦ ਡੀਜੀਪੀ ਸਾਹਿਬ ਨੇ ਵੀ ਕੋਈ ਵੀਸੀ ਦੇ ਵਿੱਚ ਇਹਦਾ ਨੋਟਿਸ ਲਿਆ। 2 ਬੱਚੇ ਇੱਕ ਪਰਿਵਾਰ ਦੇ ਗਏ ਨੇ। ਔਰ ਸ਼ਰਮ ਆਉਣੀ ਚਾਹੀਦੀ ਹੈ ਯਾਰ ਸਰਕਾਰ ਨੂੰ ਇਹਦੇ ਉੱਤੇ ਕਾਰਵਾਈ। ਮੈਂ ਹਰ ਚੀਜ਼ 'ਚ ਕਦੀ ਸਰਕਾਰ ਦੀ ਨੁਕਤਾਚੀਨੀ ਨਹੀਂ ਕਰਦਾ ਕਿ ਸਮਾਂ ਦੇਣਾ ਚਾਹੀਦਾ, ਸਾਲ ਇੱਕ ਬਦਲਾਵ ਆਇਆ, ਹੌਲੀ ਹੌਲੀ ਸ਼ਾਇਦ ਸਿਸਟਮ ਬਦਲ ਜਾਵੇ। ਕੋਈ ਕਿਸੇ ਨੂੰ ਆਉਂਦਿਆਂ ਹੀ ਨੁਕਤਾਚੀਨੀ ਕਰੀ ਜਾਓ ਵੀ ਉਹਨੂੰ ਲਾਹ ਦਿਓ, ਉਹਨੂੰ ਆਹ ਕਰ ਦਿਓ। ਪਰ ਇਹੋ ਜਿਹੇ ਜਿਹੜੇ ਸੰਜੀਦਾ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਤੁਸੀਂ ਧਿਆਨ ਹੀ ਨਹੀਂ ਦੇ ਰਹੇ, ਤੁਹਾਡੇ ਅਫਸਰਾਂ ਦੀ ਅਣਗਹਿਲੀ ਕਰਕੇ ਕਈ ਅੱਗੇ ਮੇਰਾ ਖਿਆਲ ਅੱਗੇ ਵੀ ਉਹਨੂੰ ਸਸਪੈਂਡ ਕੀਤਾ ਗਿਆ ਸੀ। ਇਹੋ ਜਿਹੇ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਇਹਨਾਂ ਨੂੰ ਕੋਈ ਜ਼ਿੰਮੇਵਾਰੀ ਵਾਲੀ ਪੋਸਟ ਨਹੀਂ ਦੇਣੀ ਚਾਹੀਦੀ। ਇਸ ਤਰੀਕੇ ਜਿਹੜਾ ਅੱਜ ਪਰਿਵਾਰ ਪੀੜਤ ਹੈ, ਮੈਂ ਇਕੱਲੇ ਬੰਦੇ ਨੂੰ ਕਹਿੰਦਾ ਕਿ ਇਹਨਾਂ ਦੀ ਸਾਰ ਲੈਣੀ ਚਾਹੀਦੀ ਔਰ ਉਲਟਾ ਡਰਾਉਣ ਲਈ
ਅੱਜ ਮੈਨੂੰ ਪਤਾ ਲੱਗਾ ਕਿ ਥਾਣੇ ਦੇ ਵਿੱਚ ਕੱਲ ਤੁਹਾਡੇ ਉੱਤੇ ਕੰਪਲੇਂਟ ਕਰ ਦਿੱਤੀ ਗਈ ਜੀ। ਇੱਕ ਨਾਲ ਤੁਹਾਡੇ ਕੋਲ ਪੈਰਵਾਈ ਕਰ ਰਹੇ ਸੀਗੇ, ਕੌਣ ਹੈ? ਇਹਨਾਂ ਦੇ ਜਿਹੜੇ ਬੰਦੇ ਪੈਰਵਾਈ ਕਰ ਰਹੇ, ਇਹਨਾਂ ਨੂੰ ਡਰਾਉਣ ਲਈ ਕਿ ਕੇਸ ਨੂੰ ਚੁੱਕਿਆ ਨਾ ਜਾਵੇ। ਇਸ ਲੜਕੀ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ, ਇਸ ਬੱਚੇ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ। ਇਹ ਕਿੱਥੋਂ ਦਾ ਇਨਸਾਫ ਹੈ ਤੇ ਕਿੱਥੋਂ ਦਾ ਬਦਲਾਵ ਹੈ? ਸੋ ਮੇਰੀ ਇਹ ਬੇਨਤੀ ਹੈ ਮਤਲਬ ਸਰ ਭਗਵੰਤ ਸਿੰਘ ਮਾਨ ਨੂੰ ਤੇ ਨਾਲ ਪੰਜਾਬ ਦੇ ਡੀਜੀਪੀ ਨੂੰ। ਮੈਂ ਡੀਜੀਪੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਤੁਹਾਡੀ ਇਮਾਨਦਾਰੀ ਦੇ ਉੱਤੇ ਮੈਂ ਬੜੇ ਕਿੱਸੇ ਸੁਣੇ ਨੇ, ਤੁਸੀਂ ਜਲੰਧਰ ਦੇ ਵਿੱਚ ਵੀ ਲੱਗੇ ਰਹੇ ਹੋ, ਕੋਈ ਸ਼ੱਕ ਨਹੀਂ, ਪਰ ਪੁਲਿਸ ਦੀ ਪੈਰਵਾਈ ਕਰਨਾ ਛੱਡ ਦਿਓ। ਜਿੱਥੇ ਪੁਲਿਸ ਗਲਤ ਹੈ ਉਹਨੂੰ ਠੋਕ ਕੇ ਸਜ਼ਾ ਦਿਓ। ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਦੇ ਨਾਲ ਇੱਕ ਜਿਹੜਾ ਪੁਲਿਸ ਟੈਰਰਿਜ਼ਮ ਚੱਲ ਰਿਹਾ ਕਿ ਜਿਹਨੂੰ ਮਰਜ਼ੀ ਫੜ ਲਓ, ਜਿਹਦੇ ਨਾਲ ਮਰਜ਼ੀ ਵਧੀਕੀ ਕਰ ਦਿਓ, ਇਹਨਾਂ ਚੀਜ਼ਾਂ ਦੇ ਉੱਤੇ ਰੋਕ ਲੱਗਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਨਹੀਂ ਤੇ ਇਹਦੇ ਸਿੱਟੇ ਜਿਵੇਂ ਪਿਛਲੀਆਂ ਸਰਕਾਰਾਂ ਨੇ ਭੁਗਤੇ ਨੇ, ਤੁਹਾਨੂੰ ਵੀ ਭੁਗਤਣੇ ਪੈਣਗੇ। ਲੋਕ ਮਜਲੂਮ ਨੇ, ਤੁਹਾਡੀ ਪੁਲਿਸ ਦੀ ਵਰਦੀ ਨਹੀਂ ਪਾੜ ਸਕਦੇ, ਤੁਹਾਡੀ ਪੁਲਿਸ ਦੇ ਗੱਲ ਨਹੀਂ ਪੈ ਸਕਦੇ, ਪਰ ਇਹਨਾਂ ਕੋ ਜਿੱਦਣ ਅਖਤਿਆਰ ਆਉਂਦਾ ਨਾ ਵੋਟਾਂ ਦੇਣ ਦਾ, ਤੇ ਤੁਹਾਨੂੰ ਮੂੰਹ ਮੂੰਹ ਜਿਵੇਂ ਕਿਸੇ ਨੂੰ 3 ਸੀਟਾਂ ਤੇ ਸੁੱਟਿਆ ਤੇ ਕਿਸੇ ਨੂੰ 14 ਸੀਟਾਂ ਤੇ ਸੁੱਟਿਆ ਨਾ, ਸੋ ਰੱਬ ਨੇ ਤੁਹਾਨੂੰ ਤਾਕਤ ਦਿੱਤੀ। ਉਹ ਦਿਨ ਦੁਬਾਰਾ ਨਾ ਆਉਣ ਵੀ ਤੁਹਾਨੂੰ ਵੀ ਉਹ ਮਤਲਬ ਪੰਜਾਬ ਦੇ ਵਿੱਚ ਇਹ ਲੋਕ ਚੱਲਦਾ ਕਰਨ ਲਈ ਉਤਾਵਲੇ ਹੋ ਜਾਣ। ਸੋ ਜਿਹੜੇ ਮੁੱਦੇ ਗੰਭੀਰ ਨੇ ਉਹਨਾਂ ਦੇ ਉੱਤੇ ਸੰਜੀਦਗੀ ਦੇ ਨਾਲ ਕੰਮ ਕਰੋ, ਇਹਨਾਂ ਲੋਕਾਂ ਦੀ ਪੈਰਵਾਈ ਕਰੋ, ਇਹਨਾਂ ਲੋਕਾਂ ਦੀ ਬਾਹ ਫੜੋ। ਮੈਂ ਸੀਐਮ ਨੂੰ ਕਹੂੰਗਾ ਕਿ ਇਹਨਾਂ ਦੇ ਆਲਾ ਅਧਿਕਾਰੀ ਜਿਹੜੇ ਨੇ ਇਹਨਾਂ ਦੇ ਘਰ ਦੇ ਵਿੱਚ ਆਉਣ, ਇਹਨਾਂ ਦੀ ਪੁੱਛ ਪ੍ਰਤੀਤ ਕਰਨ, ਜੋ ਇਹਨਾਂ ਦੀ ਡਿਮਾਂਡ ਹੈ ਉਹਦੇ ਉੱਤੇ ਉਹ ਕਾਰਵਾਈ ਹੋਣੀ ਚਾਹੀਦੀ ਹੈ। ਨਹੀਂ ਤੇ ਪੰਜਾਬ ਦੇ ਲੋਕਾਂ ਦਾ ਤੁਹਾਡੇ ਤੋਂ ਵੀ ਜਿਹੜਾ ਉਹ ਮਨ ਭਰ ਜਾਊਗਾ।